ਗੁਰੂ ਗੋਬਿੰਦ ਸਿੰਘ। ਇਹ ਇਤਿਹਾਸ ਦਾ ਉਹ ਨਾਮ ਹੈ ਜਿਹਦੇ ਬਾਰੇ ਜਿਸਨੇ ਵੀ ਪੜ੍ਹਿਆ ਤੇ ਸੁਣਿਆ ਮੁਰੀਦ ਹੋ ਕੇ ਰਹਿ ਗਿਆ। ਫਿਰ ਭਾਵੇਂ ਸਿੱਖ ਹੋਵੇ, ਹਿੰਦੂ ਜਾਂ ਮੁਸਲਮਾਨ। ਸਿੱਖ ਇਤਿਹਾਸ ਤੇ ਸਿੱਖਾਂ ਦੀਆਂ ਜੰਗਾਂ ਬਾਰੇ ਬੜਿਆਂ ਲਿਖਾਰੀਆਂ ਨੇ ਲਿਖਿਆ ਤੇ ਉਹਨਾਂ 'ਚੋਂ ਹੀ ਇੱਕ ਸੀ ਹਕੀਮ ਅੱਲਾ ਯਾਰ ਖਾਨ ਜੋਗੀ ਜੀ। ਇਹਨਾਂ ਨੇ ਚਮਕੌਰ ਦੀ ਜੰਗ ਬਾਰੇ ਤੇ ਸਾਕਾ ਸਰਹੰਦ ਬਾਰੇ ਕਵਿਤਾ ਲਿਖੀਆਂ ਨੇ। ਤੇ ਕਵਿਤਾ ਕਿਆ, ਉਹ ਤੇ ਮਰਸੀਏ ਨੇ। ਉਹਨਾਂ ਨੂੰ ਪੜ੍ਹ ਸਾਨੂੰ ਇੰਝ ਲੱਗਦਾ ਹੈ ਜਿਵੇਂ ਸਾਰਾ ਕੁਝ ਸਾਡੀ ਅੱਖਾਂ ਮੂਹਰੇ ਹੀ ਹੋ ਰਿਹਾ ਹੋਵੇ। ਉਂਝ ਤੇ ਪਹਿਲਾਂ ਵੀ YouTube ਤੇ ਮੌਜੂਦ ਨੇ, ਪਰ ਉਸ ਲਿਖਾਰੀ ਦੀ ਜ਼ੁਬਾਨ ਉਰਦੂ ਹੋਣ ਕਰਕੇ ਇਹ ਕਵਿਤਾ ਵੀ ਉਰਦੂ 'ਚ ਹੀ ਹੈ ਤੇ ਜਿਹੜੀ ਮੈਂ ਸਮਝਦਾ ਪੰਜਾਬੀ ਬੋਲਣ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਇੰਨੀ ਸੋਹਣੀ ਰਚਨਾ ਤੋਂ ਦੂਰ ਰਹਿ ਜਾਂਦੇ ਹਾਂ। ਇਹ ਦੋਵੇਂ ਕਵਿਤਾ ਬਹੁਤ ਵੱਡੀਆਂ ਨੇ ਤੇ ਅਸੀਂ ਇਹਨਾਂ ਨੂੰ ਭਾਗਾਂ 'ਚ ਬਣਾਵਾਂਗੇ। ਤੇ ਪਹਿਲਾਂ ਅਸੀਂ ਸ਼ੁਰੂਆਤ ਸ਼ਹੀਦਾਂ ਨੇ ਵਫਾ ਨਾਲ ਕਰ ਰਹੇ ਹਾਂ। ਤੇ ਚਲੋ ਹੁਣ मैं सीधा कविता ते ही आना है। जिस दम आनंदपुर में सतगुर मुकीम थे, हमगाह घर के लोग थे और कुछ नदीम थे, चारों तरफ से किले को घेरे गनीम थे, टोटे से रिस्क के दिले सिंघा तो नीम थे, प्यासे थे और भूख की शिद्दत कमाल थी मुक्त सर सी फौज सो वो भी निढाल थी। ਤੇ ਹਕੀਮ ਸਾਹਿਬ ਕਹਿੰਦੇ ਨੇ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ 'ਚ ਵਸਦੇ ਸੀ। ਉਹਨਾਂ ਦਾ ਦੀਵਾਨ ਸਜਿਆ ਸੀ ਤੇ ਮੂਹਰੇ ਘਰ ਦੇ ਲੋਕ ਤੇ ਕੁਝ ਦੋਸਤ ਬੈਠੇ ਸੀ। ਇਹ ਤੇ ਹਾਲ ਕਿਲੇ ਦੇ ਅੰਦਰ ਦਾ ਸੀ, ਪਰ ਪਾਰੋਂ ਕਿਲੇ ਨੂੰ ਦੁਸ਼ਮਣਾਂ ਦਾ ਘੇਰਾ ਪਿਆ ਹੋਇਆ ਸੀ। ਨਾ ਤੇ ਪਾਰੋਂ ਕੁਝ ਅੰਦਰ ਆ ਸਕਦਾ ਸੀ ਤੇ ਨਾ ਅੰਦਰੋਂ ਕੁਝ ਪਾਰ ਜਾ ਸਕਦਾ ਸੀ। ਖਾਣ ਪੀਣ ਦਾ ਸਮਾਨ ਬਹੁਤ ਘੱਟ ਸੀ ਤੇ ਫੌਜ ਦੀ ਗਿਣਤੀ ਵੀ ਦੁਸ਼ਮਣਾਂ ਨਾਲ ਲੜਦੀ ਘਟ ਗਈ ਸੀ। ਆਦਾ की फौज के नाशुमारो हसाब थे, सरदार फौज एक नहीं दो नवाब थे, राजे कई पहाड़ के भी हम रकाब थे, सिंगों से बिस्त चंद ये शब सेको साब थे, सिक्कों की आरज़ू थी कि लड़कर शहीद हों, सतगुर ये सोचते थे न जाए मुरीद हों। एक पासे ਸਿੰਘ ਮੁੱਠੀ ਭਾਰ ਸੀ ਤੇ ਉੱਥੇ ਦੂਜੀ ਵੱਲ ਦੁਸ਼ਮਣ ਦੀ ਫੌਜ 'ਚ ਅਣਗਿਣਤ ਸਿਪਾਹੀ ਸੀ। ਫੌਜ ਇੰਨੀ ਵੱਡੀ ਸੀ ਕਿ ਉਹਨਾਂ ਦਾ ਆਗੂ ਵੀ ਕੋਈ ਇੱਕ ਨਹੀਂ ਦੋ ਥੇ ਤੇ ਇਕੱਲੇ ਮੁਗਲ ਹੀ ਨਹੀਂ, ਪਹਾੜੀ ਰਾਜੇ ਵੀ ਇੱਥੇ ਇਹਨਾਂ ਨਾਲ ਮਿਲੇ ਹੋਏ ਸੀ। ਜੇ ਬਹੁਤ ਨਹੀਂ ਤੇ ਘੱਟੋ ਘੱਟ ਸਿੰਘਾਂ ਦੀਆਂ ਫੌਜ ਨਾਲੋਂ 20 ਗੁਣਾ ਵੱਧ ਫੌਜ ਸੀ ਮੁਗਲਾਂ ਦੀ। ਬੇਸ਼ੱਕ ਦੁਸ਼ਮਣ ਬਹੁ ਗਿਣਤੀ 'ਚ ਸੀ, ਪਰ ਸਿੱਖਾਂ ਦੀ ਦਿਲੋਂ ਖੁਆਇਸ਼ ਸੀ ਕਿ ਉਹ ਵੀ ਦੋ ਹੱਥ ਕਰ ਲੈਣ ਤੇ ਗੁਰੂ ਜੀ ਇਹ ਸੋਚਦੇ ਸੀ ਕਿ बेकार किसी की जान खराब ना होवे। बोले कि अपनी फौज निहायत है मुख्तसर, घेरे हुए हैं हमको हज़ारों ही अहले शर, छोड़ेंगे अपने आप को दुश्मन के रहम पर, उसमें भी अपनी इज़्ज़त व अज़मत को है ख़तर, चिड़ियों को आज भी मैं लड़ा दूंगा बात से, कुछ फ़ायदा नहीं है मगर तर्क ताज से। ਤੇ ਇਸੀ ਸੋਚ ਨਾਲ ਗੁਰੂ ਜੀ ਨੇ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਇਆਂ ਕਿਹਾ ਕਿ ਸਾਡੀ ਫੌਜ ਬਹੁਤ ਘੱਟ ਰਹਿ ਗਈ ਹੈ ਤੇ ਦੁਸ਼ਮਣ ਸਾਡੇ ਤੋਂ ਬਹੁਤ ਜ਼ਿਆਦਾ ਹੈ। ਜੇ ਤੇ ਅਸੀਂ ਆਪ ਨੂੰ ਦੁਸ਼ਮਣ ਦੇ ਰਹਿਮ ਤੇ ਛੱਡੀਏ ਤੇ ਉਸਨੇ ਵੀ ਸਾਡੀ ਇੱਜ਼ਤ ਤੇ ਦਾਗ ਲੱਗਣਾ ਹੈ। ਬੇਸ਼ੱਕ ਅਸੀਂ ਘੱਟ ਚਿੜੀਆ ਹੀ ਸਹੀ, ਤਾਂ ਵੀ ਅਸੀਂ ਇਹਨਾਂ ਸ਼ਾਹੀ ਬਾਜਾਂ ਦੇ ਦੰਦਾਂ ਨੂੰ ਖੱਟੇ ਕਰ ਦੇਣਾ ਹੈ, ਲੇਕਿਨ ਉਸ ਗੱਲ ਦਾ ਵੀ ਕੋਈ ਫਾਇਦਾ ਨਹੀਂ। दुनिया के लोग होते हैं पागल जुनून से, हम मुस्लिह जहान हैं गरज हमको दून से, क्या फ़ायदा है हिंदू व मुस्लिम के खून से, बेहतर है इज्तनाब ही कारे ज़ुबून से। इतने में इत्तला हुई कासिद एक आया है, सरहंद के नवाब का पैगाम लाया है। ਇਹ ਤੇ ਗੱਲ ਸੱਚ ਹੈ ਕਿ ਆਪਣੇ ਜਨੂਨ ਤੇ ਹੰਕਾਰ 'ਚ ਲੋਕੀ ਅੰਨੇ ਹੋ ਜਾਂਦੇ ਨੇ, ਪਰ ਅਸੀਂ ਇਹਨਾਂ ਵਰਗੇ ਨਹੀਂ ਹੈ। ਅਸੀਂ ਕਿਸੇ ਇੱਕ ਦੇ ਨਹੀਂ ਹੈ। ਅਸੀਂ ਸਮਾਜ ਨੂੰ ਸੁਧਾਰਨ ਲਈ ਤੇ ਦੁਨੀਆ ਸਾਹਮਣੇ ਇੱਕ ਨਵੀਂ ਮਿਸਾਲ ਪੇਸ਼ ਕਰਨ ਆਏ ਹਨ। ਸਾਨੂੰ ਇਹਨਾਂ ਨੀਚਾਂ ਵਰਗਾ ਬਣਨ ਦੀ ਜ਼ਰੂਰਤ ਨਹੀਂ। ਭਾਵੇਂ ਖੂਨ ਇੱਧਰ ਡੁੱਲੇ ਜਾਂ ਉੱਧਰ, ਮਰਨਾ ਤਾਂ ਕਿਸੇ ਬੇਗੁਨਾਹ ਨਹੀਂ ਹੈ ਤੇ ਸਾਡੇ ਲਈ ਬਿਹਤਰ ਇਹੀ ਹੈ ਕਿ ਅਸੀਂ ਇਸ ਘਟੀਆ ਕੰਮ ਤੋਂ ਪਰਹੇਜ਼ ਹੀ ਕਰੀਏ। ਤभी किसी ने दरबार 'ਚ ਆ ਕੇ ਦੱਸਿਆ कि एक सरहंद दा नवाब दा पैगाम लेकर कासिद आया है। फरमाए सतगुरु इसे लायो हमारे पास, ये पा के हुक्म तुरंत गया उठ के एक दास, लाया सफ़ीर जिस पे था छाया हुआ हिरास, दीवान खालसो का जो देखा गया हवास। सतगुर ने दे के हौसला पूछा ये प्यार से, पैगाम क्या तू लाया है फौजे शरार से। गल सुन, गुरु साहिब जी ने कहा कि जाओ उसनू साडे पास लेकर आओ। हुक्म नू सुन, एक सिंह उठिया ਤੇ ਕਾਸਿਦ ਨੂੰ ਲੈਣ ਚਲਾ ਗਿਆ। ਸਿੰਘਾਂ ਦੇ ਦੀਵਾਨ ਨੂੰ ਵੇਖਦੇ ਹੋਇਆਂ ਕਾਸਿਦ ਬਹੁਤ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਕਿਤੇ ਮੇਰੇ ਨਾਲ ਕੁਝ ਕਰ ਨਾ ਦੇਣ। ਉਹਦੇ ਡਰ ਨੂੰ ਭਾਂਪਦੇ ਹੋਇਆਂ ਗੁਰੂ ਸਾਹਿਬ ਨੇ ਉਹਨੂੰ ਪਿਆਰ ਨਾਲ ਹੌਸਲਾ ਦਿੰਦੇ ਹੋਇਆਂ ਪੁੱਛਿਆ ਕਿ ਦੱਸ ਭਾਈ, ਤੂੰ ਦੁਸ਼ਮਣ ਦਾ ਕੀ ਪੈਗਾਮ ਲਿਆਇਆ ਹੈ। कहने लगा हुजूर का रुतबा बुलंद हो, नानक की शान 10वें गुरु में दुचंद हो, हादी हो एक ज़माने के तुम दर्दबंद हो, कीजिए मुआफ़ बात अगर नापसंद हो, भेजा है मुझको नाज़िम सरहंद ने यहाँ, फरमान शाह दिल्ली के पाबंद ने यहाँ। गुरु ਦੀ ਗੱਲ ਨੂੰ ਸੁਣ ਉਹਨੂੰ ਥੋੜ੍ਹਾ ਸਕੂਨ ਮਿਲਿਆ ਤੇ ਅੱਗੋਂ ਕਹਿਣ ਲੱਗਿਆ, ਹੁਜ਼ੂਰ ਦਾ ਇਕਬਾਲ ਬੁਲੰਦ ਹੋਵੇ, ਗੁਰੂ ਨਾਨਕ ਦੀ ਸ਼ਾਨ 10ਵੇਂ ਪਾਤਸ਼ਾਹ 'ਚ ਦੁਗਣੀ ਹੋਵੇ,
ਹਾਦੀ ਕਿਹਾ ਜਾਂਦਾ ਹੈ ਰਾਤ ਗਾਣ ਵਾਲੇ ਨੂੰ, ਤੇ ਦਰਦਮੰਦ ਅਰਥ ਹੁੰਦਾ ਹੈ ਦੋਸਤ ਜਾਂ ਭਲਾ ਚਾਹੁਣ ਵਾਲਾ। ਅੱਗੇ ਕਹਿੰਦਾ, ਹੁਣ ਮੈਂ ਸੂਬਾ ਸਰਹੰਦ ਦਾ ਪੈਗਾਮ ਤੁਹਾਨੂੰ ਸੁਣਾਉਣ ਲੱਗਾ। ਜੇ ਇਹਦੇ ਵਿੱਚ ਤੁਹਾਨੂੰ ਕੋਈ ਗੱਲ ਪਸੰਦ ਨਾ ਆਵੇ ਤਾਂ ਮੈਨੂੰ ਮਾफ़ करियो। इसने कहा कि हमको नहीं बैर आपसे, रखते नहीं है कद हरम ओ दैर आपसे, पाते हैं सब पश्र सबक खैर आपसे, अपने बवजह तमे हुए गैर आपसे, दीनों धर्म को छोड़ के अंधे हुए हैं कुछ, नाजिल पहाड़ पर से दरिंदे हुए हैं कुछ। कहता सूबा सरहंद ने कहा है कि साडी ते तुहाडी कोई जाती दुश्मनी नहीं हैगी, ते ना ही साडा मंदिर या मस्जिद नूं लेके कोई भेदभाव है। उल्टा ये जिन्ने भी लोग ने ਜਿਹੜੇ ਤੁਹਾਨੂੰ ਘੇਰਾ ਪਾ ਕੇ ਬੈਠੇ ਹੋਏ ਨੇ ਉਹ ਤੁਹਾਡੇ ਤੋਂ ਜ਼ਿੰਦਗੀ ਜਿਉਣ ਦਾ ਸਬਕ ਲੈਂਦੇ ਨੇ। ਇਹ ਤੇ ਆਪਣੇ ਲੋਕ ਨੇ ਜਿਹੜੇ ਕਿ ਬੇਵਜ੍ਹਾ ਹੀ ਗੈਰ ਹੋ ਗਏ ਨੇ, ਪਰ ਪਰੇਸ਼ਾਨੀ ਇਹ ਹੈ ਕਿ ਆਪਣੇ ਦੀਨ ਤੇ ਧਰਮ ਨੂੰ ਛੱਡ ਕੁਝ ਲੋਕ ਅੰਨੇ ਹੋ ਚੁੱਕੇ ਨੇ। ਤੇ ਜੇ ਮੈਂ ਇਹ ਕਹਾਂ ਕਿ ਪਹਾੜ ਤੋਂ ਦਰਿੰਦੇ ਪ੍ਰਗਟ ਹੋਏ ਨੇ ਤਾਂ ਉਹ ਵੀ ਗਲਤ ਨਹੀਂ ਹੋਣਾ। ਇੱਥੇ ਇਸ਼ਾਰਾ ਪਹਾੜੀ ਰਾਜਿਆਂ ਵੱਲ ਹੈ। छोड़ो आनंदपुर ये शाही मकाम है, मखदूस इस जगह पे तुम्हारा क्या काम है, फौजों से और कलियों से क्या तुमको काम है, लड़ना ही जब नहीं तो ये क्यों धूमधाम है खैर इसी में अपने कहे पर अमल करो, बेसुध हमदमों को ना नज़रे असल करो। खैर ਹੁਣ ਤੁਸੀਂ ਇਹ ਕਰੋ ਕਿ ਆਨੰਦਪੁਰ ਨੂੰ ਛੱਡ ਦੇਵੋ, ਇਹ ਤਾਂ ਸ਼ਾਹੀ ਠਿਕਾਣਾ ਹੈ। ਇਹ ਖਤਰੇ ਵਾਲੀ ਜਗ੍ਹਾ 'ਤੇ ਤੁਹਾਡਾ ਕੀ ਕੰਮ ਹੈ? ਬਲਕਿ ਮੈਂ ਤਾਂ ਤੁਹਾਨੂੰ ਪੁੱਛਦਾ ਕਿ ਇਹਨਾਂ ਫੌਜਾਂ ਅਤੇ ਹਥਿਆਰਾਂ ਨਾਲ ਤੁਹਾਡਾ ਕੀ ਵਾਸਤਾ ਹੈ? ਜੇ ਤੁਸੀਂ ਲੜਨਾ ਹੀ ਨਹੀਂ ਤੇ ਇੰਨੀ ਧੂਮਧਾਮ ਕਿਉਂ ਕੀਤੀ ਹੋਈ ਹੈ? ਤੇ ਹੁਣ ਭਲਾਈ ਇਸੇ ਵਿੱਚ ਹੈ ਕਿ ਜਿਵੇਂ ਅਸੀਂ ਕਹਿ ਰਹੇ ਹਾਂ ਉਵੇਂ ਕਰੋ, क्यों बेकार अपने प्यारियां नू अजाई मरवाने हो। दुनिया के हम तो दीन के तुम बादशाह हो, आता नहीं यकीन तुम्हें दुनिया की चाह हो, सतगुर के पास किस लिए फौजों सिपाह हो, नानक के जानशीन को क्यों हुब बेचाह हो, सिंगों को साथ लेके यहाँ से सिधारिए, वाह गुरु की फतेह का नारा पुकारिए। ਅੱਗੇ ਕਿਹਾ, ਵੇਖੋ ਅਸੀਂ ਦੁਨਿਆਵੀ ਬਾਦਸ਼ਾਹ ਹੈ ਤੇ ਤੁਸੀਂ ਦੀਨ ਦੇ ਬਾਦਸ਼ਾਹ ਹੋ। ਮੈਨੂੰ ਤਾਂ ਇਹ ਯਕੀਨ ਨਹੀਂ ਆਉਂਦਾ ਕਿ ਤੁਹਾਨੂੰ ਵੀ ਦੁਨਿਆਵੀ ਚੀਜ਼ਾਂ ਦੀ ਚਾਹ ਹੈ। ਤੁਸੀਂ ਆਪ ਮੈਨੂੰ ਬਤਾਓ, ਸਤਿਗੁਰ ਦੇ ਕੋਲ ਫੌਜ ਦਾ ਕੀ ਕੰਮ? ਆਖਿਰ ਨਾਨਕ ਦੇ ਜਾਨਸ਼ੀਨ ਨੂੰ ਦੁਨਿਆਵੀ ਰੁਤਬੇ ਦਾ ਲਾਲਚ ਕਿਉਂ ਹੋਵੇਗਾ? ਤੇ ਹੁਣ ਸਾਡੇ ਵੱਲੋਂ ਤੁਹਾਨੂੰ ਇਹੀ ਸਲਾਹ ਹੈ ਕਿ ਵਾਹਿਗੁਰੂ ਜੀ ਦੀ ਫਤਿਹ ਪੁਕਾਰਦੇ ਹੋਇਆਂ ਆਪਣੇ ਮੁਰੀਦਾਂ ਨੂੰ ਲੈ ਕੇ ਕਿਤੇ ਹੋਰ ਚਲੇ ਜਾਓ। पैगाम सुन के सतगुरु खामोश हो गए, पैदा तबीयतों में मगर जोश हो गए, दर पे निकलने के सितमकोश हो गए, जाते हैं हम तो बोलेंगे रूपोश हो गए, ललकारे फौज से कि किले से निकल चलो, दुश्मन से होशियार रहो और संभल चलो। कासिद दे पैगाम ਨੂੰ ਸੁਣ ਗੁਰੂ ਸਾਹਿਬ ਜੀ ਗੰਭੀਰ ਹੋ ਗਏ, ਪਰ ਚਿਹਰੇ ਤੇ ਜੋਸ਼ ਤੇ ਜਲਾਲ ਸਾਫ਼ ਦਿਖਦਾ ਪਿਆ ਸੀ। ਉਹਨਾਂ ਵਿਚਾਰ ਕਰਿਆ ਤੇ ਕਿਹਾ, ਜੇਕਰ ਅਸੀਂ ਇੱਥੋਂ ਚਲੇ ਜਾਈਏ ਤੇ ਕੱਲ ਨੂੰ ਇਹਨਾਂ ਕਹਿਣਾ ਹੈ ਕਿ ਸਿੰਘ ਆਪਣੀਆਂ ਜਾਨਾਂ ਬਚਾਉਣ ਲਈ ਮੂੰਹ ਛੁਪਾ ਕੇ ਭੱਜ ਗਏ। ਪਰ ਕੋਈ ਗੱਲ ਨਹੀਂ, ਵੰਗਾਰ ਕੇ ਫੌਜ ਨੂੰ ਆਖਿਆ कि दुश्मन तो सावधान रहते होया किले तो निकलने की तैयारी करो। बेवजह हम तो खुद नहीं चाहते कि जंग हो, उससे लड़ेंगे लड़ने की जिसको उमंग हो, ठोकर से फेंक देंगे जो रस्ते में संग हो, सर इसका काट लेंगे कहा जिसने तंग हो, खूरें जी वरना खल्क की कब हमको भाती है, शहरों की फौज कह दे तू कासिद की जाती है। महाराज ने कहा, ਅਸੀਂ ਬੇਵਜ੍ਹਾ ਜੰਗ ਕਰਕੇ ਕਿਸੇ ਦੀ ਜਾਨ ਖਰਾਬ ਨਹੀਂ ਕਰਨਾ ਚਾਹੁੰਦੇ। ਆਪਾਂ ਉਹਦੇ ਨਾਲ ਲੜਾਈ ਕਰਾਂਗੇ ਜਿਹਨੂੰ ਲੜਾਈ ਲੜਨ ਦੀ ਚਾਹ ਹੋਊਗੀ। ਇੱਕ ਠੋਕਰ 'ਚ ਉਹਨੂੰ ਸੁੱਟ ਦਿਆਂਗੇ ਜਿਹੜਾ ਰਸਤੇ 'ਚ ਰਿੜਕੇਗਾ, ਅਤੇ ਜਿਹੜਾ ਵੀ ਸਾਹਮਣੇ ਆ ਕੇ ਖਲੋਏਗਾ ਉਹਦਾ ਸਿਰ ਮੋਢਿਆਂ ਤੋਂ ਵੱਖ ਕਰ ਦਾਂਗੇ। ਵਰਨਾ ਸਾਨੂੰ ਬੇਵਜ੍ਹਾ ਕਿਸੇ ਸੇ ਜੰਗ ਕਰਕੇ ਖੂਨ ਡੋਲਣ ਦਾ ਕੋਈ ਸ਼ੌਕ ਨਹੀਂ। ਅਤੇ ਕਾਸਿਦ ਜਾ ਕੇ ਸੂਬਾ ਸਰਹੰਦ ਨੂੰ ਵੀ ਦੱਸ ਦਵੀਂ ਕਿ ਉਹਦਾ ਪਾਸਾ ਸ਼ੇਰਾਂ ਦੀ ਫੌਜ ਨਾਲ ਪਿਆ ਹੈ। मशहूर है कि पाए गदा लंग भी नहीं, अपने लिए खुदा की ज़मीं तंग भी नहीं, लोगों से हमको आरज़ुए जंग भी नहीं, वरना कोई दलेरी में पासंग भी नहीं, मजबूर हो गए तो लड़ाई दिखाएंगे, फिर तेगे खालसा की सफाई दिखाएंगे। कि कासिद ਨੂੰ ਕਿਹਾ ਕਿ ਸਾਡੇ ਲਈ ਇਸ ਜ਼ਮੀਨ 'ਤੇ ਘਾਟਾ ਨਹੀਂ ਹੈ, ਅਸੀਂ ਕਿਤੇ ਵੀ ਚਲੇ ਜਾਵਾਂਗੇ। ਲੜਨਾ ਸਾਡਾ ਸ਼ੌਕ ਨਹੀਂ ਕਿ ਅਸੀਂ ਬੇਮਤਲਬ ਕਿਸੇ ਦੀ ਜਾਨ ਖਰਾਬ ਕਰੀਏ, ਪਰ ਇਸਕਾ ਮਤਲਬ ਇਹ ਨਾ ਸਮਝ ਲਿਓ ਕਿ ਅਸੀਂ ਕਿਸੇ ਤੋਂ ਡਰਦੇ ਹਾਂ। ਜੇ ਮਜਬੂਰੀ ਪਈ ਤਾਂ ਅਸੀਂ ਤੁਹਾਨੂੰ ਖਾਲਸੇ ਦੀ ਤੇਗ ਦਾ ਸਵਾਦ ਚਖਾਵਾਂਗੇ। ਇੱਥੇ ਕਵਿਤਾ ਦਾ ਪਹਿਲਾ ਭਾਗ ਪੂਰਾ ਹੁੰਦਾ ਹੈ ਅਤੇ ਅਗਲੇ ਭਾਗਾਂ ਨੂੰ ਅਸੀਂ ਛੇਤੀ ਅਪਲੋਡ ਕਰਾਂਗੇ। ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਅੱਗੇ ਦੇ ਭਾਗਾਂ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।